ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੌੜਾ ਮਲ ਹੁਤੋ ਗੁਰ ਸਿੱਖ। ਕੌੜਾ ਮਲ ਹੁਤੋ ਗੁਰ ਸਿੱਖ। ਅਹਿਮਦ ਸ਼ਾਹ ਅਬਦਾਲੀ ਅਤੇ ਕਮਰਦੀਨ ਦੀ ਅਗਵਾਈ ਵਿੱਚ ਦੋਵਾਂ ਧਿਰਾਂ ਦੇ ਵਿੱਚ ਸਰਹੱਦ ਦੇ ਉੱਤੇ ਲੜਾਈ ਹੋਈ, ਜਿਸ ਵਿੱਚ ਕਮਰਦੀਨ ਮਾਰਿਆ ਗਿਆ। ਮੀਰ ਮਨੂੰ ਦੀ ਸਿਆਣਪ ਤਾਕਤ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਨੂੰ ਸਰਹੱਦ ਵੀ ਛੱਡਣਾ ਪਿਆ ਅਤੇ ਲਾਹੌਰ ਵਿੱਚੋਂ ਵੀ ਆਪਣਾ ਕਬਜ਼ਾ ਛੱਡ ਕੇ ਆਪਣੇ ਦੇਸ਼ ਨੂੰ ਭੱਜਣਾ ਪਿਆ। ਜਦੋਂ ਅਹਿਮਦ ਸ਼ਾਹ ਅਬਦਾਲੀ ਆਪਣੇ ਦੇਸ਼ ਨੂੰ ਭੱਜ ਗਿਆ ਤੇ ਇੱਧਰ ਫਿਰ ਮੀਰ ਮਨੂੰ ਲਾਹੌਰ ਦਾ ਨਵਾਬ ਬਣ ਬੈਠਾ। ਲਾਹੌਰ ਦਾ ਆਪ ਉਹਨੇ ਕਬਜ਼ਾ ਕਰ ਲਿਆ ਅਤੇ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਲਾਹੌਰ ਦਾ ਨਵਾਬ ਮੈਂ ਹਾਂ। ਮੀਰ ਮਨੂੰ ਨੇ ਸਭ ਤੋਂ ਪਹਿਲਾਂ ਲਖਪਤ ਰਾਏ ਨੂੰ ਗ੍ਰਿਫਤਾਰ ਕੀਤਾ ਅਤੇ ਗ੍ਰਿਫਤਾਰ ਕਰਕੇ ਉਹਨੂੰ 30 ਲੱਖ ਟਕਾ ਜੁਰਮਾਨਾ ਲਾ ਦਿੱਤਾ ਅਤੇ ਮੀਰ ਮਨੂੰ ਕਹਿੰਦਾ ਹੈ, ਲਖਪਤ ਰਾਏ, ਜੇ ਤੂੰ ਆਪਣੀ ਜਾਨ ਬਚਾਉਣੀ ਚਾਹੁੰਦਾ ਵਾ ਤੇ ਇੱਕੋ ਹੱਲ ਹੈ, 30 ਲੱਖ ਟਕਾ ਭਰ ਦੇ, ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ। ਜੇ 30 ਲੱਖ ਟਕਾ ਨਾ ਭਰ ਸਕਿਆ ਤੈਨੂੰ ਜੇਲ੍ਹ ਦੇ ਵਿੱਚ ਸਾੜਿਆ ਜਾਵੇਗਾ। ਲਖਪਤ ਰਾਏ ਨੇ 20 ਲੱਖ ਟਕਾ ਭਰ ਦਿੱਤਾ, ਪਰ 10 ਲੱਖ ਟਕਾ ਨਾ ਭਰ ਸਕਿਆ, ਜਿਸ ਕਰਕੇ ਮੀਰ ਮਨੂੰ ਨੇ ਲਖਪਤ ਰਾਏ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਮੀਰ ਮਨੂੰ ਦਾ ਵਜ਼ੀਰ ਹੈ, ਦੀਵਾਨ ਹੈ ਕੌੜਾ ਮਲ ਜੀ। ਕੱਲ ਵੀ ਬੇਨਤੀ ਕੀਤੀ ਸੀ ਕਿ ਕੌੜਾ ਮਲ ਸਿੱਖ ਜਗਤ ਵਿੱਚ ਬਹੁਤ ਸਤਿਕਾਰਯੋਗ ਹਸਤੀ ਹੈ ਤੇ ਕੌੜਾ ਮਲ ਨੇ ਸਿੱਖਾਂ ਦੀ ਬੜੀ ਮਦਦ ਕੀਤੀ ਹੈ, ਜਿਸ ਕਰਕੇ ਸਿੱਖਾਂ ਨੇ ਔਖੇ ਸਮੇਂ ਵਿੱਚ ਆਪਣੀ ਤਾਕਤ ਨੂੰ ਵੀ ਸੰਗਠਨ ਕੀਤਾ ਅਤੇ ਆਪਣੇ ਦੁਸ਼ਮਣ ਲਖਪਤ ਰਾਏ ਨੂੰ ਵੀ ਕੌੜਾ ਮਲ ਦੇ ਰਾਹੀਂ ਜਿਹੜਾ ਉਹ ਸਜ਼ਾ ਦਿੱਤੀ। ਮੀਰ ਮਨੂੰ ਜਿਸ ਵਕਤ ਲਾਹੌਰ ਦਾ ਨਵਾਬ ਬਣਿਆ, ਉਸ ਵਕਤ ਨਾ ਉਹ ਤੋਂ ਕੋਈ ਤਾਕਤ ਹੈ ਬਹੁਤੀ, ਭਾਵ ਕਿ ਫੌਜਾਂ ਦੀ ਤਾਕਤ ਵੀ ਬਹੁਤ ਥੋੜੀ ਹੈ, ਧਨ ਦੌਲਤ ਵੀ ਥੋੜਾ ਹੈ ਤੇ ਇਸ ਗੱਲ ਦਾ ਡਰ ਉਹਦੇ ਮਨ ਦੇ ਵਿੱਚ ਹੈ ਕਿ ਕੋਈ ਪਤਾ ਨਹੀਂ ਕਿੱਧਰੋਂ ਹਮਲਾਵਰ ਨੇ ਆ ਜਾਣਾ ਹੈ ਤੇ ਜੇ ਕੋਈ ਹਮਲਾਵਰ ਆ ਗਿਆ ਉਹਦਾ ਸਾਹਮਣਾ ਕਰਨ ਵਾਸਤੇ ਫੌਜ ਦੀ ਵੀ ਕੋਈ ਤਿਆਰੀ ਨਹੀਂ ਹੈ, ਨਾ ਅਸਲਾ ਬਰੂਦ ਹੈ, ਨਾ ਫੌਜ ਦੀ ਗਿਣਤੀ ਕੋਈ ਜ਼ਿਆਦੀ ਹੈ ਤੇ ਨਾ ਹੀ ਧਨ ਦੌਲਤ ਰਸਤ ਪਾਣੀ ਕੋਈ ਇੰਨਾ ਹੈ, ਜਿਸ ਕਰਕੇ ਉਹਨੂੰ ਇਸ ਚੀਜ਼ ਦਾ ਡਰ ਸੀ। ਪਰ ਕੌੜਾ ਮਲ ਜੀ ਬਹੁਤ ਸਿਆਣੀ ਬੁੱਧੀ ਵਾਲਾ ਬੰਦਾ ਅਤੇ ਬਹੁਤ ਸਿਆਣੀ ਗੱਲ ਕਰਦਾ ਹੈ। ਕੌੜਾ ਮਲ ਨੇ ਮੀਰ ਮਨੂੰ ਨੂੰ ਇੱਕ ਸਲਾਹ ਦਿੱਤੀ। ਮੀਰ ਮਨੂੰ ਨੂੰ ਕੌੜਾ ਮਲ ਜੀ ਕਹਿੰਦਾ, ਨਵਾਬ ਜੀ, ਆਪਾਂ ਲਾਹੌਰ ਤੇ ਕਾਬਜ ਜ਼ਰੂਰ ਹੋ ਗਏ ਹਾਂ, ਸਾਡੇ ਕੋਲ ਕਬਜ਼ਾ ਕਰਨ ਵਾਸਤੇ ਅਤੇ ਪ੍ਰਬੰਧ ਚਲਾਉਣ ਵਾਸਤੇ ਕੋਈ ਬਹੁਤਾ ਤਗੜਾ ਪ੍ਰਬੰਧ ਨਹੀਂ ਹੈ, ਨਾ ਪੈਸੇ ਪੱਖ ਤੋਂ ਤੇ ਨਾ ਫੌਜ ਪੱਖ ਤੋਂ, ਨਾ ਤਾਕਤ ਪੱਖ ਤੋਂ। ਜੇ ਆਪਾਂ ਆਪਣੀ ਤਾਕਤ ਨੂੰ ਵਧਾਉਣਾ ਹੈ ਤੇ ਜੇ ਪੱਕੇ ਤੌਰ ਤੇ ਲਾਹੌਰ ਦਾ ਕਾਬਜ ਬਣਨਾ ਹੈ ਤਾਂ ਫਿਰ ਜ਼ਰੂਰੀ ਹੈ ਸਾਨੂੰ ਜਿਹੜਾ ਵਾ ਸਿੱਖਾਂ ਦੇ ਨਾਲ ਹੱਥ ਮਿਲਾਉਣਾ ਚਾਹੀਦਾ ਹੈ, ਕਿਉਂਕਿ ਸਿੱਖ ਬਹੁਤ ਵੱਡੀ ਤਾਕਤ ਦੇ ਮਾਲਕ ਹਨ। ਉਹ ਭਾਵੇਂ 10 ਲੱਖ ਸਾਹਮਣੇ ਆ ਜਾਣ, ਕੱਲਾ ਸਿੱਖ ਵੀ ਡਟ ਜਾਂਦਾ ਹੈ, ਸ਼ਹੀਦੀ ਦੇ ਭਾਅ ਨਾਪਤ ਕਰ ਲੈਂਦਾ ਹੈ, ਪਰ ਮੈਦਾਨ ਛੱਡ ਕੇ ਭੱਜਦਾ ਨਹੀਂ। ਜੇ ਤੁਸੀਂ ਚਾਹੁੰਦੇ ਜੇ ਕਿ ਲਾਹੌਰ ਵਿੱਚ ਪੱਕਾ ਸਾਡਾ ਰਾਜ ਰਵੇ ਤਾਂ ਸਿੱਖਾਂ ਨਾਲ ਸਾਡਾ ਹੱਥ ਮਿਲਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੀਆਂ ਵਧੀਕੀਆਂ ਪਹਿਲੇ ਨਵਾਬਾਂ ਨੇ ਕੀਤੀਆਂ ਹਨ, ਜ਼ਕਰੀਆ ਖਾਨ ਨੇ ਕੀਤੀਆਂ, ਜਹੀਆ ਖਾਨ ਨੇ ਕੀਤੀਆਂ, ਤੁਸੀਂ ਜਿਹੜੀਆਂ ਉਹ ਵਧੀਕੀਆਂ ਸਿੱਖਾਂ ਦੇ ਨਾਲ ਨਾ ਕਰੋ। ਤੁਸੀਂ ਸਗੋਂ ਸਿੱਖਾਂ ਨਾਲ ਗੱਠ ਜੋੜ ਬਣਾਵੋ, ਉਹਨਾਂ ਨਾਲ ਹੱਥ ਮਿਲਾਵੋ, ਜੋ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਦੇ ਦੇਵੋ ਤੇ ਜਿਹੜੀ ਤਾਕਤ ਦੀ ਸਾਨੂੰ ਲੋੜ ਹੈ, ਜਿਹੜੀ ਮਦਦ ਸਾਨੂੰ ਲੋੜ ਹੈ, ਆਪਾਂ ਸਿੱਖਾਂ ਦੇ ਕੋਲ ਉਹ ਤਾਕਤ ਲੈ ਕੇ ਲਾਹੌਰ ਤੇ ਕਾਬਜ ਰਹੀਏ, ਕਿਉਂਕਿ ਜੇ ਸਿੱਖਾਂ ਨਾਲ ਸਾਡਾ ਹੱਥ ਜੁੜਿਆ ਰਹੇਗਾ, ਸਿੱਖ ਸਾਡੇ ਨਾਲ ਰਹਿਣਗੇ
ਤੇ ਕੋਈ ਵੀ ਤਾਕਤ ਬਾਹਰੋਂ ਆ ਜਾਵੇ, ਆਪਾਂ ਸਿੱਖਾਂ ਦੀ ਮਦਦ ਦੇ ਨਾਲ ਉਸ ਤਾਕਤ ਨੂੰ ਹਰਾ ਸਕਦੇ ਹਾਂ ਅਤੇ ਉਸ ਤਾਕਤ ਨੂੰ ਜਿਹੜਾ ਭਜਾ ਸਕਦੇ ਹਾਂ। ਕੌੜਾ ਮੱਲ ਜੀ ਨੇ ਇਹ ਜਿਹੜੀ ਸਲਾਹ ਦਿੱਤੀ ਮੀਰ ਮਨੂੰ ਨੂੰ, ਤੇ ਮੀਰ ਮਨੂੰ ਜਿਹੜਾ ਇਸ ਸਲਾਹ ਨੂੰ ਮੰਨਦਾ ਹੈ, ਕਿਉਂਕਿ ਮੀਰ ਮਨੂੰ ਦੇ ਕੋਲ ਹੋਰ ਕੋਈ ਚਾਰਾ ਨਹੀਂ ਹੈ ਇਸ ਸਲਾਹ ਨੂੰ ਮੰਨਣ ਤੋਂ ਬਿਨਾਂ। ਜੇ ਸਿੱਖਾਂ ਨੂੰ ਵੀ ਆਪਣਾ ਦੁਸ਼ਮਣ ਬਣਾਉਂਦਾ ਹੈ ਤਾਂ ਫਿਰ ਜਿਹੜਾ ਉਹ ਮਰਦਾ ਹੀ ਮਰਦਾ ਹੈ, ਕਿਉਂਕਿ ਅਬਦਾਲੀ ਦਾ ਭਰੋਸਾ ਕੋਈ ਨਹੀਂ, ਉਹਨੇ ਕਦੋਂ ਆ ਜਾਣਾ ਹੈ। ਹੋਰ ਰਾਜਪੂਤ ਜਾਂ ਰਜਵਾੜੇ ਜਿਹੜੇ ਹਨ ਉਹਨਾਂ ਦਾ ਪਤਾ ਕੋਈ ਨਹੀਂ ਕਿਹੜੇ ਬੰਨਿਓ ਆ ਜਾਣਾ ਹੈ, ਮਰਾਠਿਆਂ ਦਾ ਕੋਈ ਪਤਾ ਨਹੀਂ ਕਿਹੜੇ ਬੰਨਿਓ ਆ ਜਾਣਾ ਹੈ। ਤੇ ਸਿੱਖ ਉਹਦੇ ਜਦੋਂ ਮਰਜ਼ੀ ਲਾਹੌਰ ਦੇ ਵਿੱਚ ਜਾ ਕੇ ਲੁੱਟ ਮਚਾ ਆਉਂਦੇ ਸੀ। ਇਸ ਗੱਲ ਦਾ ਵੀ ਡਰ ਜਿਹੜਾ ਉਹ ਮੀਰ ਮਨੂੰ ਨੂੰ ਸੀ, ਕਿਉਂਕਿ ਉਹਨੂੰ ਮੀਰ ਮਨੂੰ ਨੂੰ ਸਿੱਖਾਂ ਦੀ ਤਾਕਤ ਬਾਰੇ ਚੰਗੀ ਤਰੀਕੇ ਨਾਲ ਪਤਾ ਸੀ, ਕਿਉਂਕਿ ਉਹ ਦਿੱਲੀ ਦੇ ਬਾਦਸ਼ਾਹ ਦਾ ਖਾਸ ਵਜ਼ੀਰ ਦਾ ਪੁੱਤਰ ਹੈ। ਮੀਰ ਮਨੂੰ ਨੇ ਕੌੜਾ ਮੱਲ ਦੀ ਸਲਾਹ ਨੂੰ ਮੰਨਿਆ, ਪਰ ਮੀਰ ਮਨੂੰ ਇੱਕ ਗੱਲ ਕਹਿੰਦਾ ਹੈ ਕੌੜਾ ਮੱਲ ਜੀ ਨੂੰ ਕਿ ਸਿੱਖਾਂ ਨਾਲ ਸਮਝੌਤਾ ਕੀਤਾ ਕਿਵੇਂ ਜਾਵੇ ਫਿਰ, ਕਿਉਂਕਿ ਸਿੱਖਾਂ ਨੇ ਸਾਡੇ ਨਾਲ ਏਦਾਂ ਦੀ ਕੋਈ ਗੱਲ ਕਰਨੀ ਨਹੀਂ। ਸਿੱਖ ਤੇ ਅਸੀਂ ਸਿੱਖਾਂ ਨੂੰ ਦੁਸ਼ਮਣ ਕਹਿੰਦੇ ਆ, ਸਿੱਖ ਸਾਨੂੰ ਦੁਸ਼ਮਣ ਕਹਿੰਦੇ ਹਨ। ਕੋਈ ਵਿੱਚ ਕਾਰਨ ਹੋਵੇ, ਕੋਈ ਗੱਲ ਹੋਵੇ ਜਿਹਦੇ ਕਰਕੇ ਸਿੱਖ ਜਿਹੜੇ ਸਨ ਸਾਡੇ ਨਾਲ ਹੱਥ ਮਿਲਾ ਲੈਣ, ਸਾਡੀ ਗੱਲ ਨੂੰ ਮੰਨ ਲੈਣ, ਤਾਂ ਜੋ ਸਾਡੇ ਵਿੱਚ ਰਜਾਮੰਦੀ ਹੋ ਜਾਵੇ, ਸਾਡੀ ਮਦਦ ਇੱਕ ਦੂਜੇ ਨਾਲ ਹੋ ਸਕੇ। ਕੋਈ ਤੇ ਵਿੱਚ ਗੱਲ ਚਾਹੀਦੀ ਹੈ, ਕੋਈ ਕਾਰਨ ਚਾਹੀਦਾ ਹੈ। ਤੇ ਕੌੜਾ ਮੱਲ ਜੀ ਕਹਿੰਦੇ ਕਾਰਨ ਵੀ ਬਹੁਤ ਵੱਡਾ ਹੈ। ਕਾਰਨ ਇਹ ਹੈ ਲਖਪਤ ਰਾਏ ਨੂੰ ਤੁਸੀਂ ਗ੍ਰਿਫਤਾਰ ਕਰਕੇ ਜੇਲ੍ਹ 'ਚ ਬੰਦ ਕੀਤਾ ਹੈ, ਤੇ ਸਿੱਖਾਂ ਦਾ ਦੁਸ਼ਮਣ ਹੈ ਲਖਪਤ ਰਾਏ, ਤੇ ਲਖਪਤ ਰਾਏ ਨੂੰ ਤੁਸੀਂ 30 ਲੱਖ ਟਕਾ ਜੁਰਮਾਨਾ ਕੀਤਾ ਹੋਇਆ ਹੈ, ਉਹਨੇ 20 ਲੱਖ ਭਰਿਆ ਹੈ। ਆਪਾਂ ਸਿੱਖਾਂ ਨੂੰ ਲਖਪਤ ਰਾਏ ਜਿਹੜਾ ਸੌਂਪ ਦਿੰਦੇ ਆ, ਸਿੱਖਾਂ ਦੇ ਕੋਲ ਇਸ ਬਦਲੇ 10 ਲੱਖ ਟਕਾ ਲੈਨੇ ਹਾਂ, ਤਾਂ ਜੋ ਸਾਡਾ ਖਜ਼ਾਨਾ ਵੀ ਪੂਰਾ ਹੋ ਜਾਵੇਗਾ ਤੇ ਸਿੱਖਾਂ ਦਾ ਦੁਸ਼ਮਣ ਸਿੱਖਾਂ ਦੇ ਕੋਲ ਚਲਾ ਜਾਵੇਗਾ। ਇਸ ਗੱਲ ਨੂੰ ਵਿੱਚ ਰੱਖ ਕੇ ਆਪਾਂ ਸਿੱਖਾਂ ਦੇ ਨਾਲ ਕੁਝ ਹੋਰ ਸੰਧੀਆਂ ਕਰ ਲੈਨੇ ਹਾਂ, ਕੁਝ ਹੋਰ ਗੱਲਾਂ ਦੀ ਵਿਚਾਰ ਕਰ ਲੈਨੇ ਹਾਂ, ਜਿਹਦੇ ਕਰਕੇ ਸਿੱਖਾਂ ਨੂੰ ਕੁਝ ਏਰੀਆ ਦੇ ਦਿੰਦੇ ਹਾਂ, ਉਹਨਾਂ ਨੂੰ ਜਿਹੜਾ ਅੰਮ੍ਰਿਤਸਰ ਦਾ ਇਲਾਕਾ ਸਾਰਾ ਦੇ ਦਿੰਦੇ ਹਾਂ, ਕੁਝ ਹੋਰ ਜਿਹੜੇ ਨਗਰ ਦੇ ਦਿੰਦੇ ਆ, ਜਿਹਦੇ ਕਰਕੇ ਉਹ ਆਪਣਾ ਰਾਜ ਪ੍ਰਬੰਧ, ਆਪਣਾ ਜੀਵਨ ਢੰਗ ਤਰੀਕੇ ਨਾਲ ਗੁਜ਼ਾਰ ਸਕਣ। ਤੇ ਜਿਹੜੀਆਂ ਹੋਰ ਆਪਾਂ ਵਧੀਕੀਆਂ ਪਹਿਲੀਆਂ ਸਰਕਾਰਾਂ ਕਰਦੀਆਂ ਹਨ, ਪਹਿਲੇ ਨਵਾਬ ਕਰਦੇ ਹਨ, ਉਹਨਾਂ ਨਾਲ ਇਹ ਗੱਲ ਕਰ ਲਈਏ ਕਿ ਅੱਜ ਤੋਂ ਬਾਅਦ ਤੁਹਾਡੇ ਨਾਲ ਅਜਿਹੀ ਕੋਈ ਵੀ ਵਧੀਕੀ ਨਹੀਂ ਕੀਤੀ ਜਾਵੇਗੀ, ਬਲਕਿ ਜਿਵੇਂ ਆਮ ਜਨਤਾ ਨੂੰ ਵੇਖਿਆ ਜਾਂਦਾ ਹੈ, ਆਮ ਜਨਤਾ ਜਿਹੜੀ ਜੀਵਨ ਗੁਜ਼ਾਰਦੀ ਹੈ, ਉਸੇ ਤਰੀਕੇ ਨਾਲ ਤੁਹਾਨੂੰ ਵੀ ਸਹੂਲਤਾਂ ਹਨ, ਤੁਸੀਂ ਵੀ ਜਿਹੜਾ ਵਾ ਉਹਨਾਂ ਸਹੂਲਤਾਂ ਨੂੰ ਮਾਣੋ। ਕੌੜਾ ਮੱਲ ਜੀ ਨੇ ਆਹ ਜਿਹੜੀ ਗੱਲ ਵਿੱਚ ਰੱਖੀ ਤੇ ਮੀਰ ਮਨੂੰ ਇਹ ਗੱਲ ਚੰਗੀ ਲੱਗੀ, ਤੇ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਕੌੜਾ ਮੱਲ ਹੁਤੋ ਗੁਰਸਿੱਖ। ਭਾਈ ਕੌੜਾ ਮੱਲ ਜੀ ਇਹ ਗੁਰਸਿੱਖਾਂ ਦਾ ਹਮਦਰਦੀ ਹੈ ਅਤੇ ਲਾਹੌਰ ਦੇ ਨਵੇਂ ਨਵਾਬ ਭਾਵ ਕਿ ਮੀਰ ਮਨੂੰ ਦਾ ਇਹ ਖਾਸ ਵਜ਼ੀਰ ਹੈ, ਖਾਸ ਸਲਾਹਕਾਰ ਹੈ। 10 ਲੱਖ ਟਕੋ ਦਿਓ ਤਹ ਲਿਖ, 10 ਲੱਖ ਟਕੋ ਦਿਓ ਤਹ ਲਿਖ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਕਿ ਜਦੋਂ ਕੌੜਾ ਮੱਲ ਜੀ ਨੇ ਇਹ ਗੱਲ ਕਹੀ ਮੀਰ ਮਨੂੰ ਨੂੰ, ਤੇ ਕੌੜਾ ਮੱਲ ਦੀ ਇਸ ਗੱਲ ਨੂੰ ਮੀਰ ਮਨੂੰ ਨੇ ਪ੍ਰਵਾਨ ਕੀਤਾ। ਇਧਰ ਕੌੜਾ ਮੱਲ ਸਿੱਖਾਂ ਦਾ ਹਮਦਰਦੀ ਹੋਣ ਕਰਕੇ ਉਹਨੇ ਸਾਰੀ ਗੱਲ ਸਿੱਖਾਂ ਤੱਕ ਪਹੁੰਚਾਈ ਹੈ, ਤੇ ਸਿੱਖਾਂ ਤੱਕ ਜਦੋਂ ਵੀ ਕੋਈ ਗੱਲ ਪਹੁੰਚਦੀ ਸੀ, ਸਿੱਖ ਇੱਕੇ ਦਮ ਫੈਸਲਾ ਨਹੀਂ ਸੀ ਕਰਦੇ ਕਿ ਹਾਂ ਮੰਨ ਲੈਨੇ ਹਾਂ। ਸਿੱਖ ਜਿਹੜਾ ਗੁਰਮਤਾ ਕਰਦੇ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਵਿੱਚ, ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਵਾਬ ਕਪੂਰ ਸਿੰਘ ਨੂੰ ਵਿੱਚ ਲੈ ਕੇ ਭਾਈ ਜੱਸਾ ਸਿੰਘ ਆਹਲੂਵਾਲੀਆ ਸੁਲਤਾਨੇ ਕੌਮ ਉਹ ਜਿਹੜਾ ਫਿਰ ਕੋਈ ਨਾ ਕੋਈ ਫੈਸਲਾ ਕਰਦੇ ਸਨ, ਭਾਵ ਕਿ ਇੱਕੋ ਸਿੱਖ ਜਿਹੜਾ ਫੈਸਲਾ ਨਹੀਂ ਸੀ ਸੁਣਾ ਦਿੰਦਾ, ਸਾਰੇ ਸਿੱਖ ਬੈਠ ਕੇ ਸਲਾਹ ਮਸ਼ਵਰਾ ਕਰਦੇ ਸਨ, ਤੇ ਅਖੀਰ ਜਿਹੜਾ ਗੁਰਮਤਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਲਾ ਦਿੱਤੀ ਜਾਂਦੀ ਸੀ ਕਿ ਆਹ ਜਿਹੜਾ ਫੈਸਲਾ ਪੰਥ ਨੇ ਕੀਤਾ ਹੈ ਤੇ ਇਸ ਫੈਸਲੇ ਨੂੰ ਪੰਥ ਜਿਹੜਾ ਉਹ ਪ੍ਰਵਾਨ ਕਰੇਗਾ। ਜਦੋਂ ਇਸ ਤਰੀਕੇ ਨਾਲ ਕੌੜਾ ਮੱਲ ਜੀ ਨੇ ਸਾਰੀ ਗੱਲ ਕਹੀ, ਸਿੱਖਾਂ ਨੇ ਵਿਚਾਰਿਆ, ਭਾਈ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸੁਲਤਾਨੇ ਕੌਮ ਨਵਾਬ ਕਪੂਰ ਸਿੰਘ ਜੀ ਨੇ ਵਿਚਾਰ ਕੀਤੀ, ਤਾਂ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਕਿ ਸਾਨੂੰ ਸਾਡਾ ਦੁਸ਼ਮਣ ਲਖਪਤ ਰਾਏ ਦੇ ਦਿੱਤਾ ਜਾਵੇ।
ਤੇ ਅਸੀਂ ਜਿਹੜਾ ਉਹਦੇ ਬਦਲੇ 10 ਲੱਖ ਟਕਾ ਜਿਹੜਾ ਉਹ ਦੇ ਦੇਵਾਂਗੇ। ਅਤੇ ਇਸ ਤੋਂ ਇਲਾਵਾ ਜਿਹੜਾ ਵਾ ਅਸੀਂ ਜਿਹੜੀਆਂ ਜੋ ਸ਼ਰਤਾਂ ਸਰਕਾਰ ਨੂੰ ਮਨਾਵਾਂਗੇ, ਹਾਲਾਂਕਿ ਸਰਕਾਰ ਨੇ ਨਹੀਂ ਕਿਹਾ, ਸਰਕਾਰ ਦੇ ਅੱਗੇ ਝੁਕੇ ਨਹੀਂ ਹਨ ਕਿ ਸਰਕਾਰ ਜੋ ਕੁਝ ਸਾਨੂੰ ਦਊਗੀ ਅਸੀਂ ਪ੍ਰਵਾਨ ਕਰ ਲਵਾਂਗੇ। ਸਿੱਖਾਂ ਨੇ ਫੈਸਲਾ ਕੀਤਾ ਜੋ ਕੁਝ ਸਰਕਾਰ ਤੋਂ ਮੰਗਾਂਗੇ ਉਹ ਕੁਝ ਸਰਕਾਰ ਨੂੰ ਦੇਣਾ ਪਵੇਗਾ, ਫਿਰ ਕਿਤੇ ਜਾ ਕੇ ਅਸੀਂ ਹੱਥ ਮਿਲਾਉਣ ਨੂੰ ਤਿਆਰ ਹਾਂ। ਜੇ ਸਾਡੀਆਂ ਆਹ ਸ਼ਰਤਾਂ ਪ੍ਰਵਾਨ ਕਰ ਲੈਣਗੀ ਸਰਕਾਰ, ਸਾਡੀਆਂ ਇਹਨਾਂ ਸ਼ਰਤਾਂ ਨੂੰ ਮੰਨ ਲਵੂਗੀ ਸਰਕਾਰ, ਤਾਂ ਅਸੀਂ ਜਿਹੜਾ ਕੋਈ ਨਾ ਕੋਈ ਫੈਸਲਾ ਕਰ ਸਕਦੇ ਹਾਂ। ਕੌੜਾ ਮੱਲ ਜੀ ਨੇ ਉਹ ਸਾਰੀ ਗੱਲ ਆ ਕੇ ਮੀਰ ਮਨੂੰ ਨੂੰ ਦੱਸੀ। ਮੀਰ ਮਨੂੰ ਨੇ ਸ਼ਰਤਾਂ ਪ੍ਰਵਾਨ ਕੀਤੀਆਂ ਤੇ ਭਾਈ ਰਤਨ ਸਿੰਘ ਜੀ ਕਹਿੰਦੇ 10 ਲੱਖ ਟਕਾ ਦਿਓ ਤੇ ਲਿਖ। ਸਿੱਖਾਂ ਨੇ 10 ਲੱਖ ਟਕਾ ਦੇਣਾ ਲਿਖ ਦਿੱਤਾ ਕਿ ਅਸੀਂ 10 ਲੱਖ ਟਕਾ ਦੇ ਕੇ ਲਖਪਤ ਰਾਏ ਨੂੰ ਸਾਡੇ ਹਵਾਲੇ ਕਰ ਦਿੱਤਾ ਜਾਵੇ ਤੇ ਇਸ ਤੋਂ ਇਲਾਵਾ ਆ ਸਾਡੀਆਂ ਸ਼ਰਤਾਂ ਇਹ ਸਰਕਾਰ ਜਿਹੜੀ ਆ ਉਹ ਪੂਰੀਆਂ ਕਰ ਦੇਵੇ। ਜਿਮ ਜਿਮ ਸਿੱਖਣ ਉਨ ਦੁਖ ਦਿਓ, ਜਿਮ ਜਿਮ ਸਿੱਖਣ ਉਨ ਦੁਖ ਦਿਓ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਜਿਸ ਵਕਤ ਲਖਪਤ ਰਾਏ ਨੂੰ ਗ੍ਰਿਫਤਾਰ ਕੀਤਾ ਹੋਇਆ ਸੀ ਤੇ ਮੀਰ ਮਨੂੰ ਉਹਨੇ ਜਿਹੜਾ ਗ੍ਰਿਫਤਾਰ ਕੀਤਾ ਹੈ ਤੇ ਕੌੜਾ ਮੱਲ ਜੀ ਸਾਰੀ ਗੱਲ ਜਿਹੜੀ ਉਹ ਮੀਰ ਮਨੂੰ ਨੂੰ ਦੱਸਦਾ ਹੈ ਕਿ ਲਖਪਤ ਰਾਏ ਨੇ ਸਿੱਖਾਂ ਨਾਲ ਇਦਾਂ ਵਧੀਕੀਆਂ ਕੀਤੀਆਂ ਹੋਈਆਂ ਹਨ ਜਿਸ ਕਰਕੇ ਸਿੱਖਾਂ ਨੇ ਲਖਪਤ ਰਾਏ ਨੂੰ ਮਾਰਨ ਵਾਸਤੇ ਉਹ ਤਿਆਰ ਬਰ ਤਿਆਰ ਲੱਭ ਰਹੇ ਹਨ। ਤੇ ਉਹ ਸਾਰੀ ਗੱਲ ਦੱਸਦਾ ਹੈ ਜਿਮ ਜਿਮ ਸਿੱਖਣ ਉਨ ਦੁੱਖ ਦਿਓ। ਕਹਿੰਦੇ ਨਵਾਬ ਜੀ ਲਖਪਤ ਰਾਏ ਨੇ ਬੜੇ ਦੁੱਖ ਸਿੱਖਾਂ ਨੂੰ ਦਿੱਤੇ ਹੋਏ ਹਨ। ਤਿਸ ਕੋ ਸਭੀ ਸੁਨਾਵਤ ਭਇਓ, ਤਿਸ ਕੋ ਸਭੀ ਸੁਨਾਵਤ ਭਇਓ। ਭਾਈ ਰਤਨ ਸਿੰਘ ਜੀ ਕਹਿੰਦੇ ਉਹ ਸਾਰੇ ਦੁਖੜੇ, ਉਹ ਸਾਰੇ ਜ਼ੁਲਮ, ਉਹ ਜੋ ਕੁਝ ਉਹਨੇ ਵਧੀਕੀਆਂ ਕੀਤੀਆਂ ਹਨ ਉਹ ਸਾਰੀਆਂ ਜਿਹੜੀਆਂ ਮੀਰ ਮਨੂੰ ਨੂੰ ਸੁਣਾਈਆਂ ਗਈਆਂ। ਦੋਹਰਾ ਆਪਣੇ ਹੀ ਚਕਰੈਲ ਸਿੰਘ ਤੈ ਫੜ ਲਏ ਬਦੋਸ਼, ਆਪਣੇ ਹੀ ਚਕਰੈਲ ਸਿੰਘ ਤੈ ਫੜ ਲਏ ਬਦੋਸ਼। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਕਿ ਜਦੋਂ ਲਖਪਤ ਰਾਏ ਨੂੰ ਗ੍ਰਿਫਤਾਰ ਕਰਕੇ ਸਾਰੀ ਗੱਲ ਦੱਸ ਰਿਹਾ ਹੈ ਕੌੜਾ ਮੱਲ ਜੀ, ਤੇ ਕੌੜਾ ਮੱਲ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਇਹਨੇ ਆਪਣੇ ਹੀ ਦਰਬਾਰ ਦੇ ਜਿਹੜੇ ਨੌਕਰੀ ਕਰ ਰਹੇ ਚਕਰੈਲ ਸਿੱਖ ਸਨ, ਚਕਰੈਲ ਤੋਂ ਭਾਵ ਕਿ ਜਿਹੜੇ ਚਾਕਰੀ ਕਰ ਰਹੇ ਸਨ, ਜਿਹੜੇ ਨੌਕਰੀ ਕਰ ਰਹੇ ਸਿੱਖ ਸਨ, ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜਾ ਵਾ ਬਦੋਸ਼ੀਆਂ ਨੂੰ ਮਾਰ ਦਿੱਤਾ, ਉਹਨਾਂ ਨੂੰ ਖਤਮ ਕਰ ਦਿੱਤਾ। ਸੋਮਵਤੀ ਨੇ ਮਾਰ ਤੂੰ ਕਹਿ ਰਹੇ ਲਾਹੌਰੀ ਜੋਸ਼, ਸੋਮਵਤੀ ਨੇ ਮਾਰ ਤੂੰ ਕਹਿ ਰਹੇ ਲਾਹੌਰੀ ਜੋਸ਼। ਭਾਈ ਰਤਨ ਸਿੰਘ ਜੀ ਕਹਿੰਦੇ ਲਾਹੌਰ ਦੇ ਲੋਕਾਂ ਨੇ ਆ ਕੇ ਕਿਹਾ ਸੀ ਲਖਪਤ ਰਾਏ ਅੱਜ ਸੋਮਵਾਰ ਦੀ ਮੱਸਿਆ ਹੈ, ਅੱਜ ਸੋਮਵਾਰ ਦੀ ਮੱਸਿਆ ਹੈ, ਅੱਜ ਦਾ ਦਿਨ ਕਤਲ ਨਾ ਕਰ, ਅੱਜ ਦਾ ਦਿਨ ਬੜਾ ਪਵਿੱਤਰ ਦਿਨ ਹੈ। ਪਰ ਲਖਪਤ ਰਾਏ ਨੇ ਇਸ ਚੀਜ਼ ਨੂੰ ਵੀ ਨਾ ਪ੍ਰਵਾਨ ਕੀਤਾ ਅਤੇ ਇਥੋਂ ਤੱਕ ਕਹਿਣ ਲੱਗ ਪਿਆ ਸੀ ਜੇ ਅੱਜ ਰੱਬ ਵੀ ਆ ਕੇ ਮੈਨੂੰ ਕਹਿ ਦਵੇ ਕਿ ਇਹਨਾਂ ਸਿੱਖਾਂ ਨੂੰ ਛੱਡ ਦੇ ਤਾਂ ਮੈਂ ਰੱਬ ਦੀ ਗੱਲ ਵੀ ਨਹੀਂ ਮੰਨਾਂਗਾ ਤੇ ਤੁਸੀਂ ਤਾਂ ਬੜੀ ਦੂਰ ਦੀ ਗੱਲ ਜੇ। ਭਾਵ ਕਿ ਲਾਹੌਰ ਦੇ ਲੋਕਾਂ ਨੇ ਸਮਝਾਇਆ ਕਿ ਅੱਜ ਸੋਮਵਾਰ ਦੀ ਮੱਸਿਆ, ਅੱਜ ਨਾ ਮਾਰ, ਪਰ ਲਖਪਤ ਰਾਏ ਨੇ ਉਹਨਾਂ ਦੀ ਵੀ ਕੋਈ ਗੱਲ ਨਾ ਸੁਣੀ ਅਤੇ ਉਹਨਾਂ ਨੂੰ ਵੀ ਜਿਹੜਾ ਵਾ ਠੁਕਰਾ ਦਿੱਤਾ, ਉਹਨਾਂ ਦੀ ਗੱਲ ਨੂੰ ਵੀ ਪਰੇ ਕਰ ਦਿੱਤਾ। ਚੌਪਈ ਤੂੰ ਨਹਿ ਟਲਿਓ ਉਸ ਦਿਨ ਮਾਰੇ, ਤੂੰ ਨਾ ਟਲਿਓ ਉਸ ਦਿਨ ਮਾਰੇ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਕਿ ਲਖਪਤ ਰਾਏ ਨੂੰ ਦੱਸਿਆ ਜਾਂਦਾ ਹੈ ਕਿ ਤੂੰ ਉਸ ਦਿਨ ਜਿਹੜਾ ਟਲਿਆ ਨਹੀਂ, ਤੂੰ ਉਸ ਦਿਨ ਸੋਮਵਾਰ ਦੀ ਮੱਸਿਆ ਨੂੰ ਵੀ ਸਿੱਖਾਂ ਨੂੰ ਮਾਰਿਆ, ਉਸ ਦਿਨ ਵੀ ਤੂੰ ਕਤਲੇਆਮ ਕੀਤਾ ਜਿਸ ਦਿਨ ਨੂੰ ਸਨਾਤਨ ਮਤ ਵਿੱਚ ਬੜਾ ਪਵਿੱਤਰ ਕਰਕੇ ਜਾਣਿਆ ਜਾਂਦਾ ਸੀ। ਤੈ ਯੋਗੀ ਨੇ ਬਹੁਤ ਅਖਾਰੇ, ਤੈ ਯੋਗੀ ਨੇ ਬਹੁਤ ਅਖਾਰੇ। ਅਤੇ ਇਸ ਤੋਂ ਇਲਾਵਾ ਤੂੰ ਬਹੁਤ ਭਾਰੀ ਜ਼ੁਲਮ ਜਿਹੜੇ ਸਿੱਖਾਂ ਉੱਤੇ ਕੀਤੇ ਹੋਏ ਹਨ। ਐਸੀ ਐਸੀ ਔਰ ਸੁਣਾਈ, ਐਸੀ ਐਸੀ ਔਰ ਸੁਣਾਈ। ਭਾਈ ਰਤਨ ਸਿੰਘ ਜੀ ਕਹਿੰਦੇ ਏਦਾਂ ਦੀਆਂ ਗੱਲਾਂ ਜੋ ਅਤਿਆਚਾਰ ਲਖਪਤ ਰਾਏ ਵੱਲੋਂ ਕੀਤਾ ਗਿਆ ਉਹ ਸਾਰਾ ਸੁਣਾਇਆ ਗਿਆ। ਉਨ ਸਿੰਘਨ ਸਿਓ ਜੈਸੀ ਕਮਾਈ, ਉਨ ਸਿੰਘਨ ਜੋ ਜੈਸੀ ਕਮਾਈ। ਭਾਈ ਰਤਨ ਸਿੰਘ ਜੀ ਕਹਿੰਦੇ ਲਖਪਤ ਰਾਏ ਨੇ ਜਿੱਦਾਂ ਦੇ ਸਿੱਖਾਂ ਦੇ ਨਾਲ ਕੀਤੀ ਉਦਾਂ ਦਾ ਫਿਰ ਉਹਨੂੰ ਜਿਹੜਾ ਫਲ ਭੁਗਤਣਾ ਪਿਆ, ਉਦਾਂ ਦੀ ਉਹਨੂੰ ਸਜ਼ਾ ਜਿਹੜੀ ਉਹ ਦਿੱਤੀ ਗਈ। ਕੱਲੂ ਘਾਰੋ ਜੈਸ ਕਰਾਇਓ, ਕੱਲੂ ਘਾਰੋ ਜੈਸ ਕਰਾਇਓ। ਕਿਉਂਕਿ ਕਾਹਨੂੰਵਾਦ ਦੇ ਸ਼ੰਭਾਂ ਦੇ ਵਿੱਚ ਇਸ ਲਖਪਤ ਰਾਏ ਦੀ ਅਗਵਾਈ ਵਿੱਚ ਛੋਟਾ ਕੱਲੂ ਘਾਰਾ ਵਾਪਰਿਆ ਹੈ
ਜਿਸ ਵਿੱਚ ਹਜ਼ਾਰਾਂ ਬੀਬੀਆਂ, ਬੱਚੇ, ਜਵਾਨ, ਬਜ਼ੁਰਗ ਸਿੱਖ ਜਿਹੜੇ ਹਨ ਸ਼ਹੀਦ ਕੀਤੇ ਗਏ ਹਨ। ਬੈਠੇ ਗਰੀਬ ਸਿੱਖ ਘਰੋਂ ਮਰਵਾਇਓ, ਬੈਠੇ ਗਰੀਬ ਸਿੱਖ ਘਰੋਂ ਮਰਵਾਇਓ, ਅਤੇ ਘਰਾਂ ਦੇ ਵਿੱਚ ਬੈਠੇ ਹੋਏ ਜਿਹੜੇ ਗਰੀਬ ਸਨ, ਜਿਨ੍ਹਾਂ ਨੇ ਕਦੀ ਸਰਕਾਰ ਨਾਲ ਵਧੀਕੀ ਤੱਕ ਨਹੀਂ ਕੀਤੀ, ਜਿਹੜੇ ਆਪਣੀ ਕਿਰਤ ਕਮਾਈ ਤੱਕ ਸੀਮਤ ਸਨ ਅਤੇ ਆਪਣੀ ਕਮਾਈ ਕਰਕੇ ਜੀਵਨ ਦਾ ਨਿਰਵਾਹ ਚਲਾਉਂਦੇ ਸਨ, ਉਹਨਾਂ ਲੋਕਾਂ ਨੂੰ ਵੀ ਇਸ ਲਖਪਤ ਰਾਏ ਵੱਲੋਂ ਨਹੀਂ ਸੀ ਛੱਡਿਆ ਗਿਆ। ਗੁਰ ਕੋ ਨਾਮ ਤੇ ਕਹਿਣ ਹਟਾਇਓ, ਗੁਰੂ ਕੋ ਨਾਮ ਤੇ ਕਹਿਣ ਹਟਾਇਓ, ਅਤੇ ਗੁਰੂ ਦਾ ਨਾਮ ਲੈਣ ਤੋਂ, ਗੁੜ ਕਹਿਣ ਤੋਂ ਵੀ ਇਹਨੇ ਜਿਹੜਾ ਪਾਬੰਦੀਆਂ ਲਾ ਦਿੱਤੀਆਂ ਸਨ। ਪੋਥੀ ਗ੍ਰੰਥ ਤੈ ਖੂਹ ਡੁਬਾਇਓ, ਪੋਥੀ ਗ੍ਰੰਥ ਤੈ ਖੂਹ ਡੁਬਾਇਓ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਪੋਥੀਆਂ ਅਤੇ ਧਾਰਮਿਕ ਲਿਟਰੇਚਰ, ਜੋ ਕੁਝ ਵੀ ਸਿੱਖਾਂ ਦਾ ਧਰਮ ਦਾ ਸਿਆਸਤ ਸੀ, ਉਹ ਸਾਰਾ ਕੁਝ ਇਹਨੇ ਦਰਿਆ ਦੇ ਵਿੱਚ ਡੁਬੋ ਦਿੱਤਾ ਸੀ। ਜੋ ਕਹਿ ਦੀਨੀ ਮੁਸ਼ਕਲ ਚੜਾਏ, ਜੋ ਕਹਿ ਦੀਨੀ ਮੁਸ਼ਕਲ ਚੜਾਏ। ਭਾਈ ਰਤਨ ਸਿੰਘ ਜੀ ਕਹਿੰਦੇ ਹਨ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਲਖਪਤ ਰਾਏ ਵੱਲੋਂ ਜਿਹੜੀਆਂ ਸਿੱਖਾਂ ਨਾਲ ਕੀਤੀਆਂ ਗਈਆਂ, ਵਧੀਕੀਆਂ ਕੀਤੀਆਂ ਗਈਆਂ, ਜਿਸ ਕਰਕੇ ਸਿੱਖ ਇਸ ਲਖਪਤ ਰਾਏ ਨੂੰ ਮਾਰਨਾ ਚਾਹੁੰਦੇ ਸਨ। ਸਹਿਤ ਖਾਨੇ ਮੈਂ ਦਇਓ ਗਿਰਾਏ, ਸਹਿਤ ਖਾਨੇ ਮੈਂ ਦਇਓ ਗਰਾਏ। ਭਾਈ ਰਤਨ ਸਿੰਘ ਜੀ ਕਹਿੰਦੇ ਫਿਰ ਸਮਝੌਤਾ ਹੋਇਆ ਮੀਰ ਮਨੂੰ ਦੇ ਵਿੱਚ ਤੇ ਸਿੱਖਾਂ ਦੇ ਵਿੱਚ। ਕੌੜਾ ਮੱਲ ਜੀ ਦੀ ਮਦਦ ਦੇ ਨਾਲ ਲਖਪਤ ਰਾਏ ਨੂੰ ਜਿਹੜਾ ਸਿੱਖਾਂ ਦੇ ਹਵਾਲੇ ਕੀਤਾ ਗਿਆ। ਵੇਖੋ ਪ੍ਰਮਾਤਮਾ ਦੀ ਵਿਧੀ, ਪ੍ਰਮਾਤਮਾ ਦੀ ਮੌਤ ਪਹੁੰਚਾਉਣ ਦਾ ਢੰਗ ਤਰੀਕਾ, ਪ੍ਰਮਾਤਮਾ ਨੇ ਕਿਹੜੀ ਵਿਧੀ ਦੇ ਨਾਲ ਲਖਪਤ ਰਾਏ ਦੀ ਮੌਤ ਲਿਖੀ ਹੋਈ ਹੈ। ਕਾਬਲ ਦੀ ਧਰਤੀ ਤੋਂ ਅਬਦਾਲੀ ਖੜਾ ਕੀਤਾ, ਅਬਦਾਲੀ ਨਾਲ ਉਹਨੇ ਹੱਥ ਰਲਾਇਆ ਮੈਂ ਬਚ ਜਾਵਾਂਗਾ। ਮੀਰ ਮਨੂੰ ਨੂੰ ਜਿਹੜਾ ਉਹ ਦਿੱਲੀ ਤੋਂ ਖੜਾ ਕਰ ਦਿੱਤਾ। ਮੀਰ ਮਨੂੰ ਨੇ ਅਬਦਾਲੀ ਨੂੰ ਹਰਾਇਆ ਤੇ ਲਾਹੌਰ ਵਿੱਚ ਆ ਕੇ ਮੀਰ ਮਨੂੰ ਨੇ ਲਖਪਤ ਰਾਏ ਨੂੰ ਕਬਜ਼ਾ ਕੇ ਗ੍ਰਿਫਤਾਰ ਕੀਤਾ ਤੇ ਕੌੜਾ ਮੱਲ ਦੀ ਮਦਦ ਦੇ ਨਾਲ ਇਹ ਲਖਪਤ ਰਾਏ ਤੱਕ ਮੌਤ ਜਿਹੜੀ ਉਹ ਪਹੁੰਚੀ ਹੈ। ਹੁਣ ਕੌੜਾ ਮੱਲ ਨੇ ਜਿਹੜਾ ਵਾ ਸਮਝੌਤਾ ਕਰਾ ਕੇ ਮੀਰ ਮਨੂੰ ਦਾ ਤੇ ਸਿੱਖਾਂ ਦਾ ਲਖਪਤ ਰਾਏ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਲਖਪਤ ਰਾਏ ਸਿੱਖਾਂ ਦੇ ਹਵਾਲੇ ਹੋ ਗਿਆ, ਸਿੱਖਾਂ ਨੇ ਫਿਰ ਸਲਾਹ ਕੀਤੀ ਹੈ ਇਹਨੂੰ ਕਿਹੜੇ ਢੰਗ ਤਰੀਕੇ ਨਾਲ ਹੁਣ ਮਾਰਿਆ ਜਾਵੇ, ਕਿਉਂਕਿ ਪਾਪੀ ਨੂੰ ਸਜ਼ਾ ਦੇਣੀ ਹੀ ਦੇਣੀ ਹੈ, ਛੱਡਣਾ ਨਹੀਂ ਹੈ। ਜਿਸ ਕਰਕੇ ਫਿਰ ਸਲਾਹਾਂ ਕੀਤੀਆਂ ਗਈਆਂ ਤੇ ਅਖੀਰ ਜਿਹੜਾ ਵਾ ਫਿਰ ਇਹ ਫੈਸਲਾ ਕੀਤਾ ਗਿਆ ਕਿ ਇਹਨੂੰ ਸਹਿਤਖਾਨੇ ਵਿੱਚ ਪਾਇਆ ਜਾਵੇ। ਸਹਿਤਖਾਨਾ ਕੀ ਹੈ? ਭਾਵ ਕਿ ਆਪਾਂ ਪੰਜਾਬੀ ਵਿੱਚ ਜੋ ਵਰਤਦੇ ਹਾਂ, ਜਿਹਨੂੰ ਆਪਾਂ ਲੈਟਰਿੰਗ ਕਹਿੰਦੇ ਹਾਂ, ਉਹਨਾਂ ਦਿਨਾਂ ਦੇ ਵਿੱਚ ਭਾਵ ਕਿ ਲੈਟਰਿੰਗਾਂ ਤੇ ਭਾਵੇਂ ਨਹੀਂ ਸਨ, ਪਰ ਉਹਨਾਂ ਨੇ ਸਿੱਖਾਂ ਨੇ ਇੱਕ ਤਰੀਕਾ ਬਣਾਇਆ ਕਿ ਇੱਕ ਕਮਰਾ ਬਣਾਇਆ ਜਾਵੇ ਜਿਹੜਾ ਉੱਤੋਂ ਵੀ ਬੰਦ ਹੋਵੇ, ਥੱਲੋਂ ਵੀ ਬੰਦ ਹੋਵੇ, ਤੇ ਛੱਤ ਦੇ ਵਿੱਚ ਇੱਕ ਨਿੱਕਾ ਜਿਹਾ ਮੋਹਰਾ ਕਰ ਦਿੱਤਾ ਜਾਵੇ, ਜਿਹਨੂੰ ਭਾਵ ਕਿ ਸਿੱਖਾਂ ਦੇ ਭਾਸ਼ਾ ਵਿੱਚ ਕੁੰਮੀ ਦੀ ਸਜ਼ਾ ਕਹੀ ਜਾਂਦੀ ਹੈ। ਨਰਕ ਦੀ ਸਜ਼ਾ ਜਿਹੜੀ ਦਿੱਤੀ ਗਈ ਹੈ। ਇੱਕ ਕਮਰੇ ਵਿੱਚ ਬੰਦ ਕੀਤਾ ਗਿਆ, ਉੱਤੇ ਛੱਤ ਦੇ ਉੱਤੋਂ ਮੋਹਰਾ ਕੀਤਾ ਗਿਆ ਤੇ ਸਿੱਖਾਂ ਨੇ ਗੁਰਮਤਾ ਕਰ ਦਿੱਤਾ ਕਿ ਜਿਸ ਵੀ ਮਾਈ ਭਾਈ ਨੇ ਜੰਗਲ ਪਾਣੀ ਨੂੰ ਜਾਣਾ ਹੈ, ਉਹਨੇ ਜਿਹੜਾ ਇਸ ਕੋਠੇ ਦੀ ਛੱਤ ਤੇ ਜਾਣਾ ਹੈ ਅਤੇ ਕਮਰੇ ਦੇ ਥੱਲੇ ਕੀਤਾ ਜਾਵੇ, ਭਾਵ ਕਿ ਅੰਦਰ ਬੈਠੇ ਲਖਪਤ ਰਾਏ ਦੇ ਉੱਤੇ ਉਹ ਜੰਗਲ ਪਾਣੀ ਕੀਤਾ ਜਾਵੇ। ਖਾਣ ਨੂੰ ਇਹਨੂੰ ਕੁਝ ਦਿੱਤਾ ਨਾ ਜਾਵੇ, ਪੀਣ ਨੂੰ ਇਹਨੂੰ ਦਿੱਤਾ ਨਾ ਜਾਵੇ, ਕਮਰਾ ਖੋਲਿਆ ਨਾ ਜਾਵੇ। ਸਿਰਫ ਜਿਹੜਾ ਜੰਗਲ ਪਾਣੀ ਹੈ ਉਹ ਕੋਠੇ ਦੀ ਛੱਤ ਉੱਤੋਂ ਉਸ ਕਮਰੇ ਦੇ ਵਿੱਚ ਕੀਤਾ ਜਾਵੇ। ਭਾਈ ਰਤਨ ਸਿੰਘ ਜੀ ਕਹਿੰਦੇ ਸਹਿਤ ਖਾਨੇ ਮੈਂ ਦਇਓ ਗਰਾਏ, ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ, ਜਿਹਨੂੰ ਆਪਾਂ ਜਿਹੜਾ ਵਾ ਲੈਟਰਿੰਗ ਕਹਿੰਦੇ ਹਾਂ, ਉਹ ਕਮਰਾ ਬਣਾ ਕੇ ਲਖਪਤ ਰਾਏ ਦੀ ਇਹ ਜਿਹੜੀ ਸਜ਼ਾ ਸਿੱਖਾਂ ਦੇ ਵੱਲੋਂ ਦਿੱਤੀ ਗਈ, ਭਾਵ ਕਿ ਨਰਕ ਭਰੀ ਸਜ਼ਾ ਸਿੱਖਾਂ ਵੱਲੋਂ ਦਿੱਤੀ ਗਈ। ਇਹ ਸਜ਼ਾ ਜਿਹੜੀ ਅੱਜ ਤੱਕ ਨਾ ਮੁਗਲਾਂ ਨੇ ਦਿੱਤੀ ਸੀ, ਨਾ ਰਾਜਿਆਂ ਨੇ ਦਿੱਤੇ ਸੀ, ਨਾ ਰਾਜਪੂਤਾਂ ਨੇ ਦਿੱਤੇ ਸੀ, ਕਿਉਂਕਿ ਸਿੱਖਾਂ ਨੇ ਤੇ ਹਰੇਕ ਤਸੀਹਾ ਆਪਣੇ ਉੱਤੇ ਸਹਾਰਿਆ ਹੋਇਆ ਸੀ। ਪਰ ਸਿੱਖਾਂ ਦਾ ਜਿਹੜਾ ਤਸੀਹਾ ਉਹ ਜਿਹੜਾ ਦੁਨੀਆ ਦੇ ਉੱਤੇ ਇਤਿਹਾਸ ਬਣ ਗਿਆ, ਕਿਉਂਕਿ ਸਿੱਖਾਂ ਨੇ ਉਹਨੂੰ ਜਿਹੜਾ ਸਹਿਤਖਾਨੇ ਦੀ ਸਜ਼ਾ ਦੇ ਦਿੱਤੀ, ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਸਿੱਖਣ ਤੇ ਸੀਸ ਹਗਾਇਓ, ਸਿੱਖਣ ਤੇ ਤਿਸ ਸੀਸ ਹਗਾਇਓ। ਭਾਈ ਰਤਨ ਸਿੰਘ ਜੀ ਕਹਿੰਦੇ ਫਿਰ ਸਿੱਖਾਂ ਦੇ ਕੋਲੋਂ ਉਸ ਕਮਰੇ ਦੀ ਛੱਤ ਵਿੱਚੋਂ, ਉਸ ਕਮਰੇ ਦੇ ਵਿੱਚ ਲਖਪਤ ਰਾਏ ਦੇ ਸਿਰ ਉੱਤੇ, ਲਖਪਤ ਦੇ ਉੱਤੇ ਜਿਹੜਾ ਉਹ ਜੰਗਲ ਪਾਣੀ ਕਰਾਇਆ ਗਿਆ। ਔਰ ਲੋਕਨ ਤੇ ਸੀਸ ਮਤਾਇਓ, ਔਰ ਲੋਕਨ ਤੇ ਸੀਸ ਮਤਵਾਇਓ।
ਤੇ ਹੋਰਾਂ ਲੋਕਾਂ ਦੇ ਕੋਲੋਂ ਵੀ ਉਸ ਛੱਤ ਦੇ ਵਿੱਚੋਂ ਉਹਦੇ ਉੱਤੇ ਜਿਹੜਾ ਇਹ ਜੰਗਲ ਪਾਣੀ ਉਹ ਕਰਵਾਇਆ ਗਿਆ। ਦੋਹਰਾ ਐਸੀ ਕੌੜਾ ਮਲ ਕਰੀ ਲੱਖੂ ਬਾਬ ਬਣਾਏ। ਐਸੀ ਕੌੜਾ ਮਲ ਕਰੀ ਲੱਖੂ ਬਾਬ ਬਣਾਏ। ਭਾਈ ਰਤਨ ਸਿੰਘ ਜੀ ਕਹਿੰਦੇ ਲੱਖ ਕੌੜਾ ਮਲ ਦੀ ਮਦਦ ਦੇ ਨਾਲ ਲਖਪਤ ਰਾਏ ਦੀ ਆ ਜਿਹੜੀ ਮੌਤ ਸਿੱਖਾਂ ਨੇ ਉਹਨੂੰ ਦਿੱਤੀ। ਭਾਵ ਕਿ ਲਖਪਤ ਰਾਏ ਨੂੰ ਇਦਾਂ ਦੀ ਨਰਕ ਭਰੀ ਸਜ਼ਾ ਸਿੱਖਾਂ ਵੱਲੋਂ ਦਿੱਤੀ ਗਈ ਤਾਂ ਕਿ ਇਹਨੂੰ ਪਾਪੀ ਨੂੰ ਪਤਾ ਲੱਗ ਜਾਵੇ ਕਿ ਬਦੋਸ਼ੀਆਂ ਨੂੰ ਮਾਰਨਾ ਕਿਵੇਂ ਹੈ, ਬਦੋਸ਼ੀਆਂ ਨੂੰ ਜਿਹੜਾ ਵਾ ਤਸੀਹੇ ਕਿਵੇਂ ਦਿੱਤੇ ਜਾਂਦੇ ਹਨ। ਇਦਾਂ ਦੀ ਸਜ਼ਾ ਜਿਹੜੀ ਸਿੱਖਾਂ ਵੱਲੋਂ ਕੌੜਾ ਮੱਲ ਜੀ ਦੀ ਮਦਦ ਦੇ ਨਾਲ ਲਖਪਤ ਰਾਏ ਨੂੰ ਦਿੱਤੀ ਗਈ। ਜੈਸੀ ਕੀਨੀ ਵੀ ਉਹਨੇ ਸੋ ਉਨ ਪਾਈ ਸਜਾ। ਜੈਸੀ ਕੀਨੀ ਥੀ ਉਹਨੇ ਸੋ ਉਨ ਪਾਈ ਸਜਾਏ। ਭਾਈ ਰਤਨ ਸਿੰਘ ਜੀ ਕਹਿੰਦੇ ਜਿੱਦਾਂ ਦੇ ਉਹਨੇ ਕਰਮ ਕੀਤੇ ਉਦਾਂ ਦਾ ਕਰਮਾਂ ਦਾ ਫਲ ਉਹਨੂੰ ਭੁਗਤਣਾ ਪੈ ਗਿਆ, ਕਿਉਂਕਿ ਮਨੁੱਖ ਜਿਹੋ ਜਿਹੇ ਕਰਮ ਕਰੇਗਾ ਉਹੋ ਜਿਹੇ ਕਰਮ ਉਹਨੂੰ ਭੁਗਤਣੇ ਹੀ ਪੈਣੇ ਹਨ। ਉਹੋ ਜਿਹੇ ਕਰਮ ਉਹਨੂੰ ਜਿਹੜਾ ਵਾ ਉਹੋ ਜਿਹੇ ਕਰਮਾਂ ਦਾ ਫਲ ਉਹਨੂੰ ਮਿਲਣਾ ਹੀ ਮਿਲਣਾ ਹੈ। ਜਿਵੇਂ ਇੱਕ ਬਾਣੀ ਵਿੱਚ ਬਚਨ ਵੀ ਆਉਂਦਾ ਹੈ, ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਸਰੀਰ ਹੈ ਇਹ ਵੀ ਇੱਕ ਖੇਤ ਦੀ ਨਿਆਈ ਹੈ, ਜਿਸ ਵਿੱਚ ਜਿਹੋ ਜਿਹੀ ਕੋਈ ਖੇਤੀ ਬੀਜੇਗਾ ਉਹੋ ਜਿਹਾ ਫਲ ਉਹਨੂੰ ਜਿਹੜਾ ਮਿਲ ਜਾਵੇਗਾ, ਉਹੋ ਜਿਹੀ ਫਸਲ ਉਹਨੂੰ ਮਿਲ ਜਾਵੇਗੀ। ਇਹ ਸਰੀਰ ਇੱਕ ਖੇਤ ਹੈ। ਸਤਿਗੁਰੂ ਜੀ ਕਹਿੰਦੇ ਸਰੀਰ ਵੀ ਇੱਕ ਖੇਤ ਹੈ, ਜਿਸ ਵਿੱਚ ਜਿਹੋ ਜਿਹੇ ਕਰਮ ਬੀਜੇਗਾ, ਖੇਤੀ ਬੀਜੇਗਾ, ਉਹੋ ਜਿਹੀ ਖੇਤੀ ਉਹਨੂੰ ਮਿਲ ਜਾਵੇਗੀ। ਤੇ ਜਿਹੜਾ ਲਖਪਤ ਰਾਏ ਸੀ ਉਹਨੇ ਜਿਹੜਾ ਇਦਾਂ ਦੇ ਮਾੜੇ ਕਰਮਾਂ ਦੀ ਖੇਤੀ ਬੀਜੀ, ਜਿਸ ਕਰਕੇ ਉਹਨੂੰ ਮਾੜੇ ਖੇਤਾਂ ਦੀ ਮਾੜੀ ਖੇਤੀ ਦੀ ਜਿਹੜੀ ਫਸਲ ਉਹਨੂੰ ਮਿਲ ਗਈ, ਕਿਉਂਕਿ ਇਹ ਪ੍ਰਮਾਤਮਾ ਦੀ ਵਿਧੀ ਹੈ, ਇਹ ਪ੍ਰਮਾਤਮਾ ਦਾ ਢੰਗ ਤਰੀਕਾ ਹੈ। ਦੁਨੀਆ ਦੇ ਵਿੱਚ ਵਿਚਰਦਿਆਂ ਹੋਇਆਂ ਆਪਣੇ ਕਰਮਾਂ ਨੂੰ ਅਸੀਂ ਆਪ ਨਹੀਂ ਬਦਲ ਸਕਦੇ। ਭਾਵ ਕਿ ਜੇ ਮਾੜੇ ਕਰਮ ਕੀਤੇ ਹਨ ਤੇ ਜੇ ਮਨੁੱਖ ਕਵੇ ਕਿ ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਉ ਕਹਿੰਦੇ ਏਦਾਂ ਨਹੀਂ ਹੋਵੇਗਾ। ਜੇ ਜ਼ਹਿਰ ਬੀਜਿਆ ਹੈ ਜ਼ਹਿਰ ਮਿਲੇਗਾ, ਅੰਮ੍ਰਿਤ ਬੀਜਿਆ ਅੰਮ੍ਰਿਤ ਮਿਲੇਗਾ। ਕਦੇ ਨਹੀਂ ਹੋਵੇਗਾ ਕਿ ਤੂੰ ਜ਼ਹਿਰ ਬੀਜ ਕੇ ਅੰਮ੍ਰਿਤ ਪ੍ਰਾਪਤ ਕਰੇਗਾ, ਕਿਉਂਕਿ ਪਰਮਾਤਮਾ ਦੀ ਜਿਹੜੀ ਕਸਵੱਟੀ ਹੈ ਉਹ ਮਨੁੱਖ ਦੇ ਕਰਮਾਂ ਦੇ ਆਧਾਰ ਤੇ ਟਿਕੀ ਹੋਈ ਹੈ। ਇਸੇ ਕਰਕੇ ਭਗਤ ਕਬੀਰ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਕਹਿੰਦੇ ਜਿਹੜਾ ਜਿੰਦਿਆਂ ਜੀ ਸ਼ਬਦ ਵਿੱਚ ਮਰ ਜਾਂਦਾ ਹੈ ਉਹ ਪ੍ਰਮਾਤਮਾ ਦੀ ਕਸਵੱਟੀ ਤੋਂ ਪਾਰ ਹੁੰਦਾ ਹੈ, ਪਰ ਜਿਹੜਾ ਵਿਕਾਰਾਂ ਦੇ ਵਿੱਚ ਮਰ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਝੂਠਾ ਪ੍ਰਮਾਤਮਾ ਦੀ ਕਸਵੱਟੀ ਵਿੱਚੋਂ ਕਦੀ ਪਾਸ ਹੋ ਹੀ ਨਹੀਂ ਸਕਦਾ। ਰਤਨ ਸਿੰਘ ਨੇ ਜਿਮ ਸੁਣੀ ਤਿਮ ਯਹ ਦਈ ਲਿਖਾਏ। ਰਤਨ ਸਿੰਘ ਨੇ ਜਿਮ ਸੁਣੀ ਤਿਮ ਜੈ ਦਈ ਲਿਖਾਏ। ਭਾਈ ਰਤਨ ਸਿੰਘ ਜੀ ਕਹਿੰਦੇ ਜਿੱਦਾਂ ਮੈਂ ਆਪਣੇ ਵੱਡੇ ਵਡੇਰਿਆਂ ਕੋ ਸੁਣਿਆ ਉਸੇ ਤਰੀਕੇ ਨਾਲ ਮੈਂ ਕੈਪਟਨ ਮਰੇ ਨੂੰ ਲਿਖਾਇਆ ਹੈ, ਤੇ ਉਸੇ ਤਰੀਕੇ ਨਾਲ ਮੈਂ ਇਸ ਗ੍ਰੰਥ ਵਿੱਚ ਲੈ ਕੇ ਖਾਲਸੇ ਪੰਥ ਦੀ ਝੋਲੀ ਵਿੱਚ ਪਾ ਦਿੱਤਾ ਹੈ। 1875 ਸਾਲ ਬਿਕਰਮੀ ਰਾਏ। 1875 ਸਾਲ ਬਿਕਰਮੀ ਰਾਏ। ਸੰਮਤ 1805 ਭਾਵ ਕਿ 1747 ਈਸਵੀ ਦੇ ਵਿੱਚ ਇਹ ਲਖਪਤ ਰਾਏ ਨੂੰ ਸਜ਼ਾ ਦਿੱਤੀ ਗਈ ਸਿੱਖਾਂ ਵੱਲੋਂ। ਇਸ ਪਾਪੀ ਨੂੰ ਸੋਧਾ ਲਾਇਆ ਗਿਆ ਅਤੇ ਸਿੱਖਾਂ ਨੇ ਜਿਹੜਾ ਵਾ ਘੱਲੂਘਾਰੇ ਦਾ ਬਦਲਾ ਜੋ 1746 ਈਸਵੀ ਵਿੱਚ ਵਾਪਰਿਆ ਸੀ ਉਹਦੀ ਸਜ਼ਾ ਲਖਪਤ ਰਾਏ ਨੂੰ ਇਸ ਤਰੀਕੇ ਦੇ ਨਾਲ ਦਿੱਤੀ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਜਿਵੇਂ ਮੈਂ ਸੁਣਿਆ ਹੈ ਉਵੇਂ ਮੈਂ ਇਸ ਗ੍ਰੰਥ ਦੇ ਵਿੱਚ ਲਿਖ ਦਿੱਤਾ ਹੈ। ਅਗਲੇਰੇ ਪ੍ਰਸੰਗ ਨੂੰ ਭਾਈ ਰਤਨ ਸਿੰਘ ਜੀ ਭੰਗੂ ਕਿਵੇਂ ਕਲਮਬੰਦ ਕਰਦੇ ਹਨ ਉਹ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।